हेलो स्टूडेंट्स, वेलकम टू ऑनलाइन क्लास। अज आप कर रहे हैं 9वीं क्लास के पंजाबी की बुक के पंजाबी विरसा दे विच अपना भाग तीजा लोक काव्य दे सुहाग सुहाग दे विच अज आप पहला करांगे जिहड़ी देई देई वे बाबला। इसके जिहड़ी सुहाग जिहड़े लोक काव्य लोक गीत है उन्हां दी आपां प्रसंग सहित व्याख्या करांगे। तो अपना जिहड़ी पहली है देई देई वे बाबला उस घरे देई जिथे सस भली प्रधान सौरा सरदार होवे ढा पीड़ा बहंदी सामने वे मत्थे कदे ना पांदी वट बाबल तेरी तेरा पुन होवे तेरा दान होवे तेरा होवे वडड़ा जस बाबला तेरा पुन होवे। तो आप इत्थों तक प्रसंग सहित व्याख्या करांगे। जदों हुण आप प्रसंग सहित व्याख्या वाले पाठ करिए तो तुसीं अपनी पंजाबी दी बुक दे विच जिहड़ा टॉपिक अपना जिहड़ा भाग चल रहा है वो पाठ वो थोड़े जिहड़ा सामने खुलिया होना चाहिए किताब दे विच, तां जो तुहानूं समझना सौखा हो जाए। तो पहला करांगे प्रसंग, पहला लिखांगे प्रसंग, पहला लिखांगे प्रसंग। तो प्रसंग दे विच उस तरह जिवें आपां पिछली वीडियो च लिखिया सी ये काव टोटा साडी पंजाबी दी पाठ पुस्तक। तो ये काव टोटा साडी पंजाबी दी पाठ पुस्तक दा नाम की है पंजाबी विरसा। पंजाबी दी पाठ पुस्तक का नाम की है पंजाबी विरसा विच दर्ज, विरसा विच दर्ज किहड़ा सुहाग सुहाग गीत की हने सुहाग जिहड़े सुहाग दे गीत गीत का किहड़ा गीत है देई देई बाबला देई देई वे बाबला। बाबला पाप पिता नूं किया है विचों लईयां गईयां हैं विचों लिया गया है। इस गीत विच मुटियार कुड़ी दे हाव भाव अंकित किए गए हैं। इस गीत विच मुटियार कुड़ी दे हाव भाव अंकित किते गए हन, भाव दर्शाए गए हैं। एक मुटियार कुड़ी दे हाव भाव उस दे विचार नूं दिखाया गया, अंकित किते गए हैं। वो अपने बाबल अगे बेनती करदी है। कौन? वो मुटियार। वो अपने बाबल बाबल अगे बेनती करदी है, अपने पिता अगे बाबल अगे बेनती करदी है कि वो उसनूं चंगे ते वड्डे घर विच विआहे, कि वो उसनूं चंगे ते वड्डे घर विच विआहे, चंगे ते वड्डे घर विच विआहे। इन्हां सत्तरां विच मुटियार कुड़ी इन्हां सत्तरां दे विच जिहड़ी मुटियार कुड़ी अपने बाबल तो मंग कर रही है कि उसनूं उस घर विच विआहे। इन्हां
ਵਿਆਹੇ। ਇਹਨਾਂ ਸਤਰਾਂ ਵਿੱਚ ਇਹ ਪ੍ਰਸੰਗ ਚੱਲ ਰਿਹਾ ਜੀ। ਇਹਨਾਂ 17 ਵਿੱਚ ਮੁਟਿਆਰ ਕੁੜੀ ਆਪਣੇ ਬਾਬਲ, ਜਿਹੜੀ ਮੁਟਿਆਰ ਕੁੜੀ ਹੈ ਉਹ ਆਪਣੇ ਬਾਬਲ ਤੋਂ ਮੰਗ ਕਰਦੀ ਹੈ। ਕੀ ਕਰਦੀ ਹੈ? ਬਾਬਲ ਤੋਂ ਮੰਗ ਆਖਦੀ ਹੈ, ਮੰਗ ਕਰਦੀ ਹੈ, ਉਹਦੀ ਆਪਣੀ ਇੱਛਾ ਦੱਸਦੀ ਹੈ, ਆਪਣੀ ਸੋਚ ਵਿਚਾਰ ਦੱਸਦੀ ਹੈ ਕਿ ਉਹ ਉਸ ਨੂੰ ਉਸ ਘਰ ਵਿੱਚ ਵਿਆਹੇ, ਉਹ ਉਸ ਨੂੰ ਉਸ ਘਰ ਵਿੱਚ ਵਿਆਹੇ। ਕਿਸ ਘਰ ਵਿੱਚ ਵਿਆਹੇ? ਉਸ ਘਰ ਵਿੱਚ ਵਿਆਹੇ ਜਿੱਥੇ ਉਹਦਾ ਸਹੁਰਾ ਕੋੜਮੇ ਦਾ ਮੁਖੀ ਹੋਵੇ। ਉਹਦਾ ਸਹੁਰਾ ਹੈ ਉਹ ਕੋੜਮੇ ਦਾ ਮੁਖੀ ਹੋਵੇ ਅਤੇ ਸੱਸ ਨੇਕ ਅਤੇ ਸ਼ਾਂਤ ਸੁਭਾਅ ਦੀ ਹੋਵੇ। ਜਿੱਥੇ ਸਹੁਰਾ ਕੋੜਮੇ ਦਾ ਮੁਖੀ ਹੋਵੇ। ਕੀ ਹੋਵੇ? ਮੁਖੀ ਹੋਵੇ ਕੋੜਮੇ ਦਾ। ਜਿਹੜਾ ਉਹਦਾ ਸਹੁਰਾ ਹੈ ਉਹ ਕੋੜਮੇ ਦਾ ਮੁਖੀ ਹੋਵੇ ਅਤੇ ਸੱਸ ਨੇਕ ਅਤੇ ਸ਼ਾਂਤ ਸੁਭਾਅ ਵਾਲੀ ਹੋਵੇ। ਜਿਹੜੀ ਸੱਸ ਹੈ, ਸੱਸ ਨੇਕ ਅਤੇ ਸ਼ਾਂਤ ਸੁਭਾਅ ਵਾਲੀ ਹੋਵੇ। ਜਿਹੜਾ ਉਹਦਾ ਸਹੁਰਾ ਹੈ ਉਹ ਕੋੜਮੇ ਦਾ ਮੁਖੀ ਹੋਵੇ ਅਤੇ ਸੱਸ ਹੈ ਜਿਹੜੀ ਸੱਸ ਨੇਕ ਅਤੇ ਸ਼ਾਂਤ ਸੁਭਾਅ ਦੀ ਹੋਵੇ, ਚੰਗੀ ਹੋਵੇ ਉਹਦੀ ਸੱਸ। ਆਪਣੇ ਬਾਬਲ ਨੂੰ ਮੁਟਿਆਰ ਇਹ ਬੇਨਤੀ ਕਰਦੀ ਹੈ, ਇਹ ਮੰਗ ਕਰਦੀ ਹੈ ਕਿ ਉਹਦੀ ਸੱਸ ਨੇਕ ਅਤੇ ਸ਼ਾਂਤ ਸੁਭਾਅ ਦੀ ਹੋਵੇ। ਹੁਣ ਗੱਲ ਕਰਦੇ ਹਾਂ ਆਪਾਂ ਅੱਗੇ ਵਿਆਖਿਆ ਦੀ। ਇੱਥੋਂ ਤੱਕ ਆਪਾਂ ਜਿਹੜੀ ਗੱਲ ਕੀਤੀ ਹੈ ਉਹ ਪ੍ਰਸੰਗ ਦੀ ਕੀਤੀ ਹੈ। ਪ੍ਰਸੰਗ ਬੇਹੱਦ ਜ਼ਰੂਰੀ ਹੈ। ਇੱਕ ਵਾਰ ਫਿਰ ਰਿਵਾਈਜ਼ ਕਰ ਦਿੰਦਾ ਹਾਂ। ਇਹ ਕਾਵਿ ਟੋਟਾ ਸਾਡੀ ਪੰਜਾਬੀ ਦੀ ਪਾਠ ਪੁਸਤਕ ਪੰਜਾਬੀ ਵਿਰਸਾ, ਕੀ ਨਾਮ ਹੈ ਪੰਜਾਬੀ ਦੀ ਬੁੱਕ ਦਾ? ਪੰਜਾਬੀ ਵਿਰਸਾ ਵਿੱਚ ਦਰਜ ਕਿਹੜਾ ਆਪਾਂ ਕਰ ਰਹੇ ਹਾਂ? ਸੁਹਾਗ। ਸੁਹਾਗ ਗੀਤ ਕਿਹੜਾ ਗੀਤ ਹੈ? ਦੇਈ ਦੇਈ ਵੇ ਬਾਬਲਾ ਵਿੱਚ ਦਰਜ ਜਾਂ ਵਿੱਚੋਂ ਲਿਆ ਗਿਆ ਹੈ। ਇਸ ਗੀਤ ਵਿੱਚ ਮੁਟਿਆਰ ਕੁੜੀ ਦੇ ਹਾਵ ਭਾਵ, ਜਿਹੜੇ ਮੁਟਿਆਰ ਕੁੜੀ ਦੇ ਉਹਦੇ ਹਾਵ ਭਾਵ ਹੈ ਉਸ ਨੂੰ ਅੰਕਿਤ ਕੀਤਾ ਗਿਆ, ਉਸ ਨੂੰ ਦਰਸਾਇਆ ਗਿਆ ਹੈ, ਦੱਸਿਆ ਗਿਆ, ਜਿਨ੍ਹਾਂ ਰਾਹੀਂ ਉਹ ਆਪਣੇ ਜਿਹੜਾ ਬਾਬਲ ਹੈ ਆਪਣੇ ਬਾਬਲ ਅੱਗੇ ਬੇਨਤੀ ਕਰਦੀ ਹੈ। ਬੇਨਤੀ ਕਰਦੀ ਹੋਈ ਕਹਿੰਦੀ ਹੈ ਕਿ ਉਹ ਉਸ ਨੂੰ ਚੰਗੇ ਘਰ, ਚੰਗੇ ਅਤੇ ਵੱਡੇ ਘਰ ਵਿਆਹੇ, ਚੰਗੇ ਅਤੇ ਵੱਡੇ ਘਰ ਵਿਆਹੇ ਤਾਂ ਜੋ ਉਹਦਾ ਜਿਹੜਾ ਜੀਵਨ ਹੈ ਸੁਖੀ ਰਹੇ। ਇਹਨਾਂ 17 ਵਿੱਚ ਮੁਟਿਆਰ ਕੁੜੀ ਆਪਣੇ ਬਾਬਲ ਦੀ ਮੰਗ ਕਰਦੀ ਹੋਈ ਕਹਿੰਦੀ ਹੈ ਕਿ ਉਸ ਨੂੰ ਉਸ ਘਰ ਵਿੱਚ ਵਿਆਹੇ ਜਿੱਥੇ ਸਹੁਰਾ ਕੋੜਮੇ ਦਾ ਮੁਖੀ ਹੋਵੇ, ਸੱਸ ਨੇਕ ਅਤੇ ਸ਼ਾਂਤ ਸੁਭਾਅ ਦੀ ਹੋਵੇ। ਇਹ ਸੀ ਪ੍ਰਸੰਗ। ਹੁਣ ਕਰਦੇ ਹਾਂ ਵਿਆਖਿਆ। ਤਾਂ ਆਪਣੀਆਂ ਕਾਵਿ ਸਤਰ ਇੱਕ ਵਾਰ ਫਿਰ ਦੁਹਰਾ ਦੇਣਾ, ਫਿਰ ਆਪਾਂ ਵਿਆਖਿਆ ਕਰਾਂਗੇ। ਦੇਈ ਦੇਈ ਵੇ ਬਾਬਲਾ ਉਸ ਘਰ ਜਿੱਥੇ ਸੱਸ ਪਲੀ ਪ੍ਰਧਾਨ, ਸਹੁਰਾ ਸਰਦਾਰ ਹੋਵੇ, ਡਾਹ ਪੀੜਾ ਬਹਿੰਦੀ ਸਾਹਮਣੇ ਵੇ ਮੱਥੇ ਕਦੇ ਨਾ ਪਾਉਂਦੀ ਵੱਟ, ਬਾਬਲਾ ਤੇਰਾ ਪੁੰਨ ਹੋਵੇ ਤੇਰਾ ਦਾਨ ਹੋਵੇ, ਤੇ ਹੋਵੇ ਵੱਡੜਾ ਜਸ, ਬਾਬਲਾ ਤੇਰਾ ਪੁੰਨ ਹੋਵੇ। ਤਾਂ ਵਿਆਖਿਆ, ਇਸ ਵਿੱਚ ਮੁਟਿਆਰ ਕੁੜੀ ਆਪਣੇ ਬਾਬਲ ਨੂੰ ਕਹਿੰਦੀ ਹੈ ਕਿ ਉਹ ਉਸ ਨੂੰ ਉਸ ਘਰ ਵਿੱਚ ਵਿਆਹ ਕੇ ਦੇਵੇ ਜਿੱਥੇ ਸੱਸ ਕੋੜਮੇ ਦੀ, ਜਿਹੜੀ ਸੱਸ ਕੋੜਮੇ ਦੀ ਮੰਨੀ ਪਰਮੰਨੀ ਪ੍ਰਧਾਨ ਅਤੇ ਸਹੁਰਾ ਇਲਾਕੇ ਦੇ ਵਿੱਚ ਰੱਜਿਆ ਪੁੱਜਿਆ ਸਰਦਾਰ ਹੋਵੇ। ਸੱਸ ਅਜਿਹੀ ਚੰਗੀ ਹੋਵੇ ਕਿ ਜੋ ਪੀੜਾ ਡਾਹ ਕੇ ਉਸ ਦੇ ਸਾਹਮਣੇ ਬੈਠੇ
ਤਾਂ ਉਹ ਕਦੇ ਵੀ ਬੁਰਾ ਨਾ ਮਨਾਵੇ, ਤਾਂ ਉਹ ਕਦੇ ਵੀ ਬੁਰਾ ਨਾ ਬਣਾਵੇ। ਜੇਕਰ ਉਹ ਉਸ ਨੂੰ ਅਜਿਹੇ ਘਰ ਵਿੱਚ ਵਿਆਹੇਗਾ ਤਾਂ ਉਸ ਦਾ ਬਹੁਤ ਵੱਡਾ ਪੁੰਨ ਹੋਵੇਗਾ, ਤਾਂ ਉਸ ਦਾ ਬਹੁਤ ਵੱਡਾ ਪੁੰਨ ਹੋਵੇਗਾ। ਆਪਣੇ ਬਾਬਲ ਨੂੰ ਕਹਿੰਦੀ ਹੈ ਕਿ ਉਸ ਦਾ ਬਹੁਤ ਵੱਡਾ ਪੁੰਨ ਹੋਵੇਗਾ ਅਤੇ ਉਸ ਦਾ ਵੱਡਾ ਪੁੰਨ ਦਾਨ ਮੰਨਿਆ ਜਾਵੇਗਾ। ਇਸ ਨਾਲ ਉਸ ਦੀ ਸਾਰੇ ਸਰੀਕੇ ਅਤੇ ਰਿਸ਼ਤੇਦਾਰਾਂ ਵਿੱਚ ਬਹੁਤ ਵਡਿਆਈ ਹੋਵੇਗੀ। ਇਸ ਨਾਲ ਉਸ ਦੇ ਸਾਰੇ ਸਰੀਕੇ ਅਤੇ ਰਿਸ਼ਤੇਦਾਰਾਂ ਦੇ ਵਿੱਚ ਬਹੁਤ ਵਡਿਆਈ ਹੋਵੇਗੀ। ਇਹ ਸੀ ਪਹਿਲੀ ਵਿਆਖਿਆ। ਮੁਟਿਆਰ ਕੁੜੀ ਆਪਣੇ ਬਾਬਲ ਨੂੰ ਕਹਿੰਦੀ ਹੈ ਕਿ ਉਹ ਉਸ ਨੂੰ ਉਸ ਘਰ ਵਿਆਹੇ ਜਿੱਥੇ ਸੱਸ ਕੋੜਮੇ ਦੀ ਮੰਨੀ ਪ੍ਰਮੰਨੀ ਪ੍ਰਧਾਨ ਹੋਵੇ, ਸਹੁਰਾ ਇਲਾਕੇ ਦਾ ਸਰਦਾਰ ਪੁੱਜਿਆ ਹੋਵੇ, ਸੱਸ ਅਜਿਹੀ ਹੋਵੇ ਜੋ ਪੀੜਾ ਡਾਹ ਕੇ ਉਸ ਦੇ ਸਾਹਮਣੇ ਬੈਠ ਜਾਵੇ, ਤਾਂ ਉਹ ਕਦੇ ਵੀ ਬੁਰਾ ਨਾ ਮਨਾਵੇ। ਜੇਕਰ ਉਹ ਉਸ ਨੂੰ ਅਜਿਹੇ ਘਰ ਵਿਆਹੁੰਦਾ ਹੈ ਤਾਂ ਉਸ ਨੂੰ ਬਹੁਤ ਵੱਡਾ ਪੁੰਨ ਲੱਗੇਗਾ, ਉਸ ਦਾ ਵੱਡਾ ਦਾਨ ਮੰਨਿਆ ਜਾਵੇਗਾ। ਇਸ ਨਾਲ ਉਸ ਦੀ ਸਾਰੇ ਸਰੀਕੇ ਅਤੇ ਰਿਸ਼ਤੇਦਾਰਾਂ ਦੇ ਵਿੱਚ ਬਹੁਤ ਵਡਿਆਈ ਹੋਵੇਗੀ। ਇਹ ਸੀ ਆਪਣੀ ਪਹਿਲੀ। ਹੁਣ ਆਪਾਂ ਗੱਲ ਕਰਦੇ ਹਾਂ ਦੂਜੀ ਵਿਆਖਿਆ ਦੀ। ਤਾਂ ਦੂਜੀ ਵਿਆਖਿਆ ਦੀਆਂ ਸ਼ੁਰੂਆਤ ਦੀਆਂ ਪੰਕਤੀਆਂ ਇਹੀ ਹੈ ਅਤੇ ਅਖੀਰਲੀਆਂ ਪੰਕਤੀਆਂ ਵੀ ਇਹੀ ਹੈ। ਤਾਂ ਆਪਾਂ ਇੱਥੇ ਲਿਖ ਦਿੰਦੇ ਹਾਂ ਦੂਜੀ, ਤਾਂ ਆਪਾਂ ਇੱਥੇ ਲਿਖ ਦਿੰਦੇ ਹਾਂ ਦੂਜੀ। ਪ੍ਰਸੰਗ ਆਪਣਾ ਉਸੇ ਤਰ੍ਹਾਂ ਰਹੂਗਾ। ਪ੍ਰਸੰਗ ਦੇ ਵਿੱਚ ਜਿਹੜੀ ਆਪਣੀ ਅਖੀਰਲੀਆਂ ਸਤਰਾਂ ਹਨ ਉਹ ਬਦਲਣਗੀਆਂ, ਵੀ ਇਹਨਾਂ ਸਤਰਾਂ ਵਿੱਚ ਮੁਟਿਆਰ ਕੁੜੀ ਆਪਣੇ ਬਾਬਲ ਤੋਂ ਮੰਗ ਕਰਦੀ ਹੈ। ਤਾਂ ਇਹਨਾਂ ਸਤਰਾਂ ਵਿੱਚ ਜਿਹੜੀ ਮੁਟਿਆਰ ਆਪਣੇ ਬਾਬਲ ਤੋਂ ਮੰਗ ਕਰਦੀ ਹੈ, ਕੀ ਮੰਗ ਕਰਦੀ ਹੈ? ਇਸ ਤੋਂ ਬਾਅਦ ਇਸ ਸਤਰ ਦੇ ਹਿਸਾਬ ਨਾਲ ਜਿਹੜੀਆਂ ਹੁਣ ਆਪਾਂ ਪੰਕਤੀਆਂ ਕਾਵਿ ਪੰਕਤੀਆਂ ਪੜ੍ਹਾਂਗੇ ਉਸ ਹਿਸਾਬ ਨਾਲ ਆਪਾਂ ਇੱਥੇ ਪ੍ਰਸੰਗ ਦੇ ਵਿੱਚ ਲਿਖਾਂਗੇ। ਸ਼ੁਰੂਆਤੀਆਂ ਪੰਕਤੀਆਂ ਆਪਣੀਆਂ ਉਹੀ ਰਹਿਣਗੀਆਂ। ਪਾਠ ਪੁਸਤਕ ਦਾ ਨਾਂ ਆਪਣੀ ਜਿਹੜੀ ਸੁਹਾਗ ਗੀਤ ਹੈ ਉਹ ਵੀ ਉਹੀ ਰਹੂਗਾ। ਇਹਨਾਂ ਕਾਵਿ ਪੰਕਤੀਆਂ ਵਿੱਚ ਮੁਟਿਆਰ ਆਪਣੇ ਬਾਬਲ ਨੂੰ ਕਹਿੰਦੀ ਹੈ ਜਾਂ ਬਾਬਲ ਤੋਂ ਮੰਗ ਕਰਦੀ ਹੈ ਕਿ ਉਹ ਉਸ ਨੂੰ ਉਸ ਘਰ ਵਿੱਚ ਵਿਆਹੇ ਕਿ ਉਹ ਉਸ ਉਸ ਘਰ ਦੇ ਵਿੱਚ ਉਸ ਘਰ ਵਿੱਚ ਵਿਆਹੇ ਜਿੱਥੇ ਸੱਸ ਦੇ ਬਹੁਤ ਸਾਰੇ ਪੁੱਤਰ ਹੋਣ। ਵਿਆਹੇ ਵਿੱਚ ਘਰ ਵਿੱਚ ਵਿਆਹੇ ਜਿੱਥੇ ਸੱਸ ਦੇ ਬਹੁਤ ਸਾਰੇ ਪੁੱਤਰ ਹੋਣ। ਕਿ ਹੁਣ ਬਹੁਤ ਸਾਰੇ ਪੁੱਤਰ ਦੇਈ ਵੇ ਬਾਬਲਾ ਉਸ ਘਰੇ ਜਿੱਥੇ ਸੱਸ ਦੇ ਬਾਹਲੜੇ ਪੁੱਤ। ਇੱਕ ਮੰਗੀਏ ਇੱਕ ਵਿਆਹੀਏ ਵੇ ਮੈਂ ਸਾਦੀਆਂ ਵਿਖਾ ਨਿਤ, ਵੇ ਮੈਂ ਸ਼ਾਦੀਆਂ ਵੇਖਾਂ ਨਿਤ। ਬਾਬਲ ਤੇਰਾ ਪੁੰਨ ਹੋਵੇ ਤੇਰਾ ਦਾਨ ਹੋਵੇ, ਤੇਰਾ ਹੋਵੇ ਵੱਡੜਾ ਜਸ, ਬਾਬਲ ਤੇਰਾ ਪੁੰਨ ਹੋਵੇ। ਮੁਟਿਆਰ ਕੁੜੀ ਆਪਣੇ ਬਾਬਲ ਤੋਂ ਮੰਗ ਕਰਦੀ ਹੈ ਕਿ ਉਹ ਉਸ ਨੂੰ ਉਸ ਘਰ ਵਿੱਚ ਵਿਆਹੇ ਜਿਸ ਘਰ ਦੇ ਵਿੱਚ ਸੱਸ ਦੇ ਬਹੁਤ ਸਾਰੇ ਪੁੱਤਰ ਹੋਣ, ਜੋ ਸਹੁਰੇ ਘਰ ਜਾ ਕੇ ਇੱਕ ਦਿਓਰ ਨੂੰ ਵਿਆਹਵੇ ਫਿਰ ਤੇ ਦੂਜੇ ਨੂੰ ਵਿਆਹਵੇ ਲਈ ਮੰਗ ਲਵੇ। ਇਸ ਤਰ੍ਹਾਂ ਉੱਥੇ ਜਾ ਕੇ ਦਿਓਰਾਂ ਨੂੰ ਮੰਗਣ ਅਤੇ ਵਿਆਹਣ ਦੇ ਕੰਮਾਂ ਵਿੱਚ ਲੱਗੀ ਰਹੇ। ਹਰ ਰੋਜ਼ ਖੁਸ਼ੀਆਂ ਹੀ ਖੁਸ਼ੀਆਂ ਦੇਖਦੀ ਰਹੀ। ਜੇਕਰ ਉਹ ਬਾਬਲ ਉਸ ਨੂੰ ਅਜਿਹੇ ਘਰ ਵਿੱਚ ਵਿਆਹੇਗਾ ਤਾਂ ਉਸ ਨੂੰ ਬਹੁਤ ਵੱਡਾ ਪੁੰਨ ਹੋਵੇਗਾ ਅਤੇ ਉਸ ਦਾ ਵੱਡਾ ਦਾਨ ਮੰਨਿਆ ਜਾਵੇਗਾ।
इस नाल उसका सरीके अते रिश्तेदारां दे विच बहुत वडियाई होवेगी। तो इस विच जिहड़ी मुटियार की कह रही है कि बाबल तू मैनू उस घर विआह जिस घर दे विच सस दे बहुत सारे पुत्र होण, मतलब जो बहुत सारे पुत्र है तो वह सोहरे घर जाऊगी, सोहरे घर जाके अपने दियोरां दा विआह करूगी, वो अपने दियोरां दा विआह करूगी, कदे पहला एक दा फिर दूजे दा विआह के लियाऊगी उन्होंने। इस तरह वो उन्हां कम्मां दे विच लगी रहूगी, दियोरां नूं मंगण ते विआहण दे कम्मां विच लगी रहूगी, जिस नाल कि उहदे घर विच हमेशा खुशियां आउंदियां रहणगीआं। जेकर उहदा बाबल उसनूं अजिहे घर विच विआहुंदा है तो उसनूं बहुत ही पुन्न होवेगा। तो ये सी अपना जिहड़ी दूजी तीजी व्याख्या भी शुरुआती पंक्तियां उस तरह ही हैं, लास्ट आपां बदलांगे। जिहड़ी पहला गल करते हाँ काव सत्तरां देई देई वे बाबला ओस करे जिथे बूरियां झोटियां सठ, एक रिड़कना एक जमाईदा वे मेरा चाटियां विच रब, बाबल तेरा पुन होवेगा, वड्डा जस बाबल तेरा पुन होवेगा। तो आप पहला इहदा प्रसंग ते गल करते हैं, उस तरह जिहड़ियां अखीरलियां चों तो कुड़ी अपने बाबल तो मंग करती है कि वह उसनूं उस घर विआहे जिथे किन्नियां मज्जां होण, जिथे 60 मज्जां होण। तो इस विच मुटियार अपने बाबल अगे मंग करती है कि वो उसनूं उस घर विच विआहे जिथे वो उसनूं उस घर विच विआहे विआहे जिथे बहुतियां मज्जां होण, अर्थात घर रज्जिया पुज्जिया होवे, जिथे बहुतियां जिथे बहुतियां मज्जां होण। बहुतियां मज्जां होण दा भाव है वो घर की होवे रज्जिया पुज्जिया होवे, अर्थात घर रज्जिया ते पुज्जिया, अर्थात रज्जिया पुज्जिया होवे, वो घर किहो जिहा होवे रज्जिया पुज्जिया होवे। हुण गल करते हाँ आपां व्याख्या दी। इन्हां काव सत्तरां दे विच मुटियार कुड़ी अपने बाबल अगे बेनती करदी है, मंग करदी है कि वो उसनूं उस घर विच विआहे, कि वो उसनूं उस घर विच विआहे जिथे दुध देण वालियां 60-70 बूरियां मज्जां होण, बूरियां झोटियां होण, बूरियां मज्जां होण। उसनूं एक दा दुध रिड़कण ते दूजे दा दुध जमाउण दियां वारी ना आउंदी होवे, दी वारी ना आउंदी होवे, ते इसे तरह उसदा हर वेले चाटियां विच इस तरह उसदा हर वेले चाटियां विच हथ रहे, अर्थात हर रोज़ रिड़कदी ते मक्खण कढ़दी रहे। जेकर उसका बाबल उसनूं इहो जिहे घर दे विच विआहुंदा है तो उसनूं बहुत पुन्न होवेगा, उहदा ये दान मन्निया जावेगा, उसदी सरीके कबीले दे विच सरीके रिश्तेदारां दे विच जिहड़ी बहुत वडियाई होवेगी। तो इस दे विच मुटियार कुड़ी की मंग करती है कि उसका बाबल उसनूं उस घर विआहे जिस घर दे विच 60-70 झोटियां होण, 60-70 मज्जां होण, जिहदा एक दा दुध रिड़के एक दा दुध जमावे, दीवारी ना आवे, अर्थात जिस घर दे विच
जिस घर दे विच इस तरह का चाटियां होण ते उहदे चाटियां दे विच उहदा हथ रवे, जेकर अर्थात उसनूं हर रोज़ दुध रिड़कण ते मक्खण कढ़दी रहे, जेकर उहदा बाबल उसनूं इहो जिहे घर विच विआहुंदा है तो उसनूं इहदा बहुत पुन्न होवेगा। तो ये सी अपने 3 व्याख्यावां। बाकी अगली दियां व्याख्यावां आपां अगली वीडियो च करांगे। उन्ने समय दे विच सिर्फ इत्थों तक सुनना, समझना ते नोट करना ते नाल दी नाल जिहड़ा काम है उन्होंने चैक भी करवाउणा। अज दी जिहड़ी वीडियो एक बार इत्थे पूरी हुंदी है, अगली वीडियो दे विच आपां इस तो अगे शुरू करांगे। जिहड़ी अपनी व्याख्यावां रह गईयां उन्ने चिर तुसीं नोट करना। धन्नवाद।